ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? मेरा सब तो ज़्यादा नुकसान होया। 8-8 करोड़ की कोठी च बैठा सिख मेरे नाल मीटिंग कर गया, अगले दिन 5 लाख लैके मुकर गया। तो ये जड़ा करोना करके इकट्ठा किया, अमिताभ बच्चन तो 12 करोड़ लिया सिखां दा खून दा मुल, ये ग्रंथी ने भीख मंग मंग के कनेडा विदेशों चों सिखां तो मंगवाया। ये सारा दा सारा ये तरह पानी की तरह रोड़िया। खबरां तो ये भी ने कि सरने ने भी पैसे बहुत वंडे ने। ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਪੈਸੇ ਦੇ ਜ਼ੋਰ ਤੇ ਇਹਨਾਂ ਨੇ ਵੋਟਾਂ ਲਈਆਂ ਨੇ, ਅਕਾਲੀ ਦਲ ਦੇ ਧੜੇ ਨੇ, ਪੰਜਾਬ ਦੇ ਵਿੱਚ ਕਿਉਂ ਨਹੀਂ ਲੈ ਸਕਦੇ? ਮਨਜੀਤ ਸਿੰਘ ਤੇ ਸਰਨਾ ਸਾਹਿਬ ਇਹਨਾਂ ਦੀ ਆਪਸੀ ਐਡਜਸਟਮੈਂਟ ਨਹੀਂ ਹੋਈ। ਤੇ ਸਿੰਘ ਸਾਹਿਬ ਜਿਵੇਂ 63% ਵੋਟ ਹੈ ਜਿਹੜੀ ਉਹ ਪੋਲ ਨਹੀਂ ਹੋਈ ਤੁਸੀਂ ਕਹਿੰਦੇ, ਤੇ ਉਹਦੇ ਵਿੱਚੋਂ ਵੀ ਕੀ ਭਰੋਸਾ ਹੈ ਕਿ ਜ਼ਿਆਦਾ ਵੋਟ ਜਿਹੜੀ ਤੁਹਾਨੂੰ ਪੈਣੀ ਸੀ? ਪਰਮਜੀਤ ਸਿੰਘ ਸਰਨਾ ਜਾਂ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ ਗੱਠਜੋੜ ਕੀਤਾ ਤਾਂ ਸੰਗਤ ਦੇ ਵਿੱਚ ਕਿਤੇ ਨਾ ਕਿਤੇ ਰੋਸ ਹੋਇਆ ਇਸ ਗੱਲ ਨੂੰ। ਜੀ ਜੀ, ਤੁਹਾਡੇ ਮਨ 'ਚ ਕੋਈ ਮਲਾਲ ਹੈ? ਤੇ ਮੈਂ ਤੁਹਾਨੂੰ ਮੁੱਖ ਦੀ ਗੱਲ ਦੱਸਦੀ ਕਿ ਮੇਰੀ ਲਾਈਫ ਬਾਦਲ ਦੇ ਵਿਰੋਧ ਵਿੱਚ ਜ਼ਿੰਦਗੀ ਨਿਕਲੂਗੀ। ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਗੱਲ ਕਰਾਂਗੇ ਦਿੱਲੀ ਕਮੇਟੀ ਚੋਣਾਂ ਦੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਸ ਵਾਰੀ ਬੜੀ ਚਰਚਾ ਹੋ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜਾ ਹੈਗਾ ਜਿਹੜਾ ਉਸ ਨੂੰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇਸ ਵਾਰੀ ਮੈਦਾਨ ਦੇ ਵਿੱਚੋਂ ਭਜਾ ਦੇਣਗੀਆਂ। ਇਸ ਤਰ੍ਹਾਂ ਦੇ ਹੀ ਦਾਅਵੇ ਨੇ ਜਿਹੜੇ ਉਹ ਕੀਤੇ ਜਾ ਰਹੇ ਸੀ। ਚੋਣ ਮੈਦਾਨ ਕਾਫੀ ਭਖਿਆ ਸੀ, ਪਰ ਫਿਰ ਵੀ ਕਿੱਥੇ ਕਮੀ ਰਹਿ ਗਈ ਹੈ ਕਿ ਤੀਜੀ ਵਾਰੀ ਫੇਰ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੇ ਨੂੰ ਹੀ ਕਮੇਟੀ ਹੈ ਜਿਹੜੀ ਉਹ ਹੱਥ ਵਿੱਚ ਫੜਾ ਦਿੱਤੀ ਹੈ। ਸਾਡੇ ਨਾਲ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੁੜੇ ਹੋਏ ਨੇ। ਜਥੇਦਾਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸਾਹਿਬ ਦੀ ਜਿਹੜੀ ਪਾਰਟੀ ਹੈਗੀ ਪੰਥਕ ਅਕਾਲੀ ਲਹਿਰ ਉਹ ਵੀ ਇਹਨਾਂ ਚੋਣਾਂ ਦੇ ਵਿੱਚ ਕੁੱਦੀ ਹੋਈ ਸੀਗੀ। 7 ਸੀਟਾਂ ਦੇ ਉੱਤੇ ਜਥੇਦਾਰ ਸਾਹਿਬ ਜਿਹੜੇ ਨੇ ਚੋਣ ਲੜੇ ਨੇ ਤੇ 8ਵੀਂ ਸੀਟ ਤੇ ਸਰਨਿਆਂ ਦੇ ਨਾਲ ਫਰੈਂਡਲੀ ਮੈਚ ਸੀ। ਜਥੇਦਾਰ ਸਾਹਿਬ ਕਮੀ ਕਿੱਥੇ ਰਹਿ ਗਈ ਹੈ? ਆਤਮ ਮੰਥਨ ਕੀਤਾ ਤੁਸੀਂ? ਕਮੀ ਤੇ ਪਹਿਲੇ ਦਿਨ ਤੋਂ ਹੀ ਨਜ਼ਰ ਆ ਰਹੀ ਸੀ, ਲੇਕਿਨ ਇਹ ਜਿਹੜੇ ਦੋ ਗਰੁੱਪ ਸੀਗੇ ਜਿਹੜੇ ਮੇਨ ਮਨਜੀਤ ਸਿੰਘ ਤੇ ਸਰਨਾ ਸਾਹਿਬ, ਇਹਨਾਂ ਦੀ ਆਪਸੀ ਐਡਜਸਟਮੈਂਟ ਨਹੀਂ ਹੋਈ ਤੇ ਉਹ ਕੋਸ਼ਿਸ਼ਾਂ ਕਰਦੇ ਰਹੇ। ਸਾਡੀ ਵੀ ਇਹ ਰੀਝ ਸੀ ਕਿ ਹੋ ਜਾਂਦੀ। ਮੈਨੂੰ ਤੇ ਫੂਲਕਾ ਸਾਹਿਬ ਨੇ ਤੇ ਢੀਂਡਸਾ ਸਾਹਿਬ ਨੇ ਹੋਲਡ ਕੀਤਾ ਹੋਇਆ ਸੀ 6 ਮਹੀਨਿਆਂ ਤੋਂ ਕਿ ਤੁਸੀਂ ਇਹਨਾਂ ਦਾ ਸਹਿਯੋਗ ਕਰਨਾ, ਤੇ ਮੈਂ ਵੀ ਚਾਹੁੰਦਾ ਸੀਗਾ ਕਿ ਚਲੋ ਸਾਡਾ ਮਕਸਦ ਹੈ ਕਿ ਮੈਂ ਪੰਜਾਬ ਦੇ ਵਿੱਚ ਆਪਣੀ ਕੰਮ ਕਰਾਂ ਤੇ ਇਹਨਾਂ ਨੂੰ ਉੱਥੇ ਮੌਕਾ ਮਿਲੇ ਜੀ। ਉਹ ਮੈਨੂੰ ਤੇ ਮੈਂ ਫਿਰ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਤੁਸੀਂ ਜੋ ਹੁਕਮ ਕਰੋਗੇ ਮੈਂ ਕਰੂੰਗਾ। ਮੇਰੀ ਵਜ੍ਹਾ ਨਾਲ ਤੁਹਾਡੀ ਏਕਤਾ ਦੇ ਵਿੱਚ ਕੋਈ ਰਾਹ 'ਚ ਰੋੜਾ ਨਹੀਂ ਹੋਊਗਾ, ਮੈਨੂੰ ਭਾਵੇਂ ਇੱਕ ਸੀਟ ਵੀ ਨਾ ਦਿਓ ਜੀ। ਤੇ ਉਹਦੇ 'ਚ ਜਦੋਂ ਅਸੀਂ ਇਕੱਠੇ ਬੈਠੇ ਦਿੱਲੀ ਤੇ ਉਦੋਂ ਨਹੀਂ ਗੱਲ ਬਣੀ ਇਹਨਾਂ ਦੀ। ਉਹ ਨਾ ਮਨਜੀਤ ਸਿੰਘ ਮੰਨਦਾ ਸੀ ਤੇ ਨਾ ਸਰਨਾ ਸਾਹਿਬ। ਕਿੰਨੀ ਕੁ ਵਾਰੀ ਇਕੱਠੇ ਬੈਠੇ ਸਿੰਘ ਸਾਹਿਬ? ਮੈਂ ਇੱਕੇ ਵਾਰੀ ਬੈਠਾ। ਮੈਂ ਉਹ ਵੈਸੇ ਤਾਂ ਬਹਿੰਦੇ ਰਹੇ, ਪਰ ਮੈਂ ਜਦੋਂ ਵਿੱਚ ਬੈਠਾ ਉਦੋਂ ਇੱਕੇ ਵਾਰੀ ਫੂਲਕਾ ਸਾਹਿਬ ਸੀ, ਢੀਂਡਸਾ ਸਾਹਿਬ ਸੀਗੇ, ਮਨਜੀਤ ਸਿੰਘ ਸੀਗਾ, ਸਰਨਾ ਸਾਹਿਬ ਸੀ, ਰਣਜੀਤ ਸਿੰਘ ਤਲਵੰਡੀ ਸੀਗਾ। ਤੇ ਪੈਰ ਸਭ ਤੋਂ ਵੱਧ ਪਿੱਛੇ ਕਿਹਨੇ ਖਿੱਚੇ? ਮਤਲਬ ਇਕੱਲੇ ਰਹਿਣ? ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ, ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ। ਦੋਵਾਂ ਦੇ ਵਿੱਚ ਸੀਗਾ ਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਮੈਂ ਇਕੱਲਾ ਲਿਜਾ ਸਕਦਾ। ਤੋ ਅਸੀਂ ਬਥੇਰਾ ਇੱਥੋਂ ਤੱਕ ਵੀ ਅਸੀਂ ਪ੍ਰਪੋਜ਼ਲ ਦਿੱਤੀ ਸੀ ਕਿ ਵੀ ਆਪਾਂ 22-23 ਸੀਟਾਂ ਹੀ ਇੱਕ ਦੇ ਸਾਹਮਣੇ ਇੱਕ ਕਰ ਦਈਏ, ਘੱਟੋ ਘੱਟ ਕਮੇਟੀ ਸਾਡੇ ਕੋਲ ਜ਼ਰੂਰ ਆਵੇ। ਤੇ ਇਹ ਜਿਹੜਾ ਏਕਾ ਨਹੀਂ ਹੋਇਆ ਉਹਦੇ 'ਚ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ? ਮੇਰਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਮੇਰਾ ਨੁਕਸਾਨ ਇਸ ਤਰ੍ਹਾਂ ਹੋਇਆ ਕਿਉਂਕਿ ਜਦੋਂ ਮਨਜੀਤ ਸਿੰਘ ਨਹੀਂ ਮੰਨਿਆ ਤੇ ਮੈਨੂੰ ਢੀਂਡਸਾ ਸਾਹਿਬ ਕਹਿੰਦੇ ਚਲੋ ਤੁਸੀਂ ਸਰਨਿਆਂ ਨਾਲ ਤੁਰ ਜਾਓ। ਤਾਂ ਸਰਨਾ ਸਾਹਿਬ ਵੀ ਉਸ ਸਮੇਂ ਸਾਨੂੰ ਕਹਿੰਦੇ ਸੀ ਵੀ ਮੈਂ ਤੇ 7 ਸੀਟਾਂ ਹੀ ਦਊਂਗਾ, ਲੈਣੀਆਂ ਤਾਂ ਲਓ ਨਹੀਂ ਤਾਂ ਤੁਹਾਡੀ ਮਰਜ਼ੀ। ਤੋ ਅਸੀਂ ਫਿਰ 7 ਕਰਕੇ ਭਾਣਾ ਹੀ ਮੰਨਿਆ। ਤੋ 7 ਸੀਟਾਂ ਲੈ ਲਈਆਂ ਕਿ ਚਲੋ ਤੁਸੀਂ ਆਓ ਅੱਗੇ ਕਿਸੇ ਤਰੀਕੇ ਕੁਛ ਹੋਵੇ। ਤੋ ਉਹਦੇ 'ਚ ਮੇਰੀ ਪ੍ਰੋਬਲਮ ਇਹ ਹੋਈ ਕਿ ਮੈਂ 7 ਸੀਟਾਂ ਤੇ ਲੜ ਰਿਹਾ ਸੀ ਤੇ ਜਿਹੜਾ ਮਨਜੀਤ ਸਿੰਘ ਸੀਗਾ ਉਹਦੇ ਜਿਹੜੇ ਬੰਦੇ ਸੀ ਉਹ ਮੇਰੀਆਂ 7 ਦੇ ਅੱਗੇ ਖੜੇ ਸੀ।
ਅੱਛਾ, ਤੇ ਮੇਰਾ ਕੋਈ ਵੀ ਬੰਦਾ 39 ਉਹਦੀਆਂ 39 ਸੀਟਾਂ ਦੇ ਅੱਗੇ ਹੈ ਨਹੀਂ ਸੀ, ਨਾ ਹੀ ਮੈਂ ਉਹਦੀਆਂ ਅੱਗੇ ਸੀਟਾਂ ਦੇ ਅੱਗੇ ਉਹਦਾ ਖਿਲਾਫ ਕੋਈ ਪ੍ਰਚਾਰ ਕਰਨ ਗਿਆ। ਲੇਕਿਨ ਉਹਨੇ ਬਾਰ-ਬਾਰ ਕਿਹਾ ਕਿ ਤੂੰ ਘੱਟੋ ਘੱਟ ਮੇਰੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਨੂੰ ਜਿੱਤਣ ਵਾਲੀਆਂ ਜਿਹੜੀਆਂ ਉਹਨਾਂ ਨੂੰ ਤੂੰ ਆਪਣੇ ਬੰਦੇ ਹਟਾ ਲੈ, ਤੋ ਉਹਨੇ ਨਹੀਂ ਹਟਾਏ। ਤੇ ਕਿਹਾ ਜਾ ਸਕਦਾ ਕਿ ਤੁਸੀਂ ਫਿਰ ਇੱਕ ਵਾਰੀ ਜਦੋਂ ਮੈਦਾਨ ਵਿੱਚ ਚਲੇ ਗਏ ਉਹਨਾਂ ਦਾ ਸਮਝੌਤਾ ਨਹੀਂ ਹੋਇਆ, ਫਿਰ ਮਜਬੂਰੀ ਦੇ ਵਿੱਚ ਉੱਥੇ ਖੜਨਾ ਪਿਆ ਜਦੋਂ ਪਤਾ ਸੀ ਵੀ ਇਦਾਂ ਹੀ ਹੋਣਾ। ਬਿਲਕੁਲ ਅਸਲ 'ਚ ਮੈਨੂੰ ਇਹ ਲੱਗਦਾ ਸੀਗਾ ਕਿ ਅਸੀਂ ਕਿਤੇ ਵੀ ਐਸੀ ਗੱਲ ਨਹੀਂ ਮਾਰ ਨਹੀਂ ਖਾਵਾਂਗੇ, ਕੁਛ ਮਨਜੀਤ ਲੈ ਜਾਊਗਾ, ਕੁਛ ਅਸੀਂ ਲਿਜਾਵਾਂਗੇ ਤੇ ਅਸੀਂ ਵਧੀਆ ਕਮੇਟੀ ਬਣ। ਪਰ ਸਾਡੀ ਸਭ ਤੋਂ ਵੱਡੀ ਜਿਹੜੀ ਸਾਡਾ ਲਾਸ ਸੀਗਾ ਉਹ ਰੱਖੜੀ ਦੇ ਤਿਉਹਾਰ ਵਾਲੇ ਦਿਨ ਇਹ ਸਰਕਾਰ ਨੇ ਜਿਹੜਾ ਫੈਸਲਾ ਲਿਆ ਇਲੈਕਸ਼ਨ ਕਰਾਉਣ ਦਾ, ਉਹਦੇ ਵਿੱਚ ਇੱਕ ਤਾਂ ਜਿਹੜੀ ਮੈਨੂੰ ਲੱਗਦਾ ਹੈ ਕਿ ਸ਼ੁਰੂ ਤੋਂ ਆਦਿ ਕਾਲ ਤੋਂ ਇਹ ਸਾਡੇ ਸਿੱਖਾਂ ਦੇ ਖਿਲਾਫ ਇੱਕ ਸਾਜ਼ਿਸ਼ ਕਹਿ ਲਓ ਕਿ ਸਰਕਾਰਾਂ ਦੇਖਦੀਆਂ ਕਿ ਅਸੀਂ ਕਿਹਨੂੰ ਕੀ ਕੁਝ ਦੇਣਾ, ਉਹ ਕਮੇਟੀ ਦੀ ਵੋਟ ਨਹੀਂ ਬਣਦੀ। ਹੁਣ ਤੁਸੀਂ ਪੰਜਾਬ ਦੇ ਵਿੱਚ ਦੇਖੋ ਤੇ ਅਸੀਂ ਘੱਟੋ ਘੱਟ 1 ਕਰੋੜ ਵੋਟ ਪਾਉਂਦੇ ਜਦੋਂ ਲੋਕ ਸਭਾ ਹੁੰਦੀ ਹੈ, ਜਦੋਂ ਵਿਧਾਨ ਸਭਾ ਹੁੰਦੀ 80% ਵੋਟ ਪੈਂਦੀ ਆ। ਤੋ ਕਮੇਟੀ ਦੀ ਵੋਟ ਜਿਹੜੀ ਬਣਦੀ ਆ ਉਹ ਬਣਦੀ ਆ 50 ਲੱਖ, ਲੇਕਿਨ ਪੋਲਿੰਗ ਹੁੰਦੀ ਆ 22-23 ਲੱਖ। ਤੋ 22-23 ਲੱਖ ਚੋਂ ਹਰਿਆਣਾ ਤੇ ਪੰਜਾਬ ਤੇ ਚੰਡੀਗੜ੍ਹ ਤੇ ਹਿਮਾਚਲ ਦੀ ਕਮੇਟੀ ਚੁਣੀ ਜਾਂਦੀ ਆ। ਤੋ ਇਹ ਸਾਡਾ ਸਭ ਤੋਂ ਵੱਡਾ ਲਾਸ ਆ ਕਿ ਜਿਹੜੇ ਚੰਗੇ ਸਿੱਖ ਨੇ, ਪੜ੍ਹੇ ਲਿਖੇ ਸਿੱਖ ਨੇ, ਅਮੀਰ ਸਿੱਖ ਨੇ, ਉਹ ਵੋਟ 'ਚ ਹਿੱਸਾ ਨਹੀਂ ਲੈਂਦੇ, ਨਾ ਵੋਟ ਬਣਾਉਂਦੇ ਆ। ਪਰ ਵੋਟ ਅੱਜ ਦੇਖੋ ਤੁਸੀਂ, ਕੇਜਰੀਵਾਲ ਦੀ ਸਰਕਾਰ ਬਣੀ ਆ, ਵੋਟ ਸਿੱਖਾਂ ਦੇ ਬੜੇ ਨੇ, ਉਹ ਵੋਟ ਬੜੇ ਵਰਤੇ ਜਾ ਸਕਦੇ ਸੀ, ਪਰ ਕਰੋਨਾ ਦਾ ਬਹਾਨਾ ਲੱਗ ਗਿਆ ਤੋ ਅਸੀਂ ਗਏ ਜੀ, ਉਹਨਾਂ ਨੇ ਬੂਹਾ ਬੰਦ ਕੀਤਾ ਸੀ, ਅਸੀਂ ਫਿਰ ਕਹਿਤਾ ਵੀ ਇੱਥੇ ਕੋਈ ਨਹੀਂ, ਕਾਂਟੇ ਮਾਰਤੇ। 50% ਵੋਟ ਉੱਥੇ ਬਣੀ ਨਹੀਂ, 50% ਤੋਂ ਜ਼ਿਆਦਾ। ਤੋ ਜਿਹੜੀ ਬਣੀ ਉਹਦੇ ਵਿੱਚੋਂ 63% ਪੋਲ ਨਹੀਂ ਹੋਈ ਰੱਖੜੀ ਕਰਕੇ, ਤੋ ਇੱਕ ਇੰਟਰਸਟ ਲੈਣ ਘੱਟ ਕਰਕੇ ਇਹ ਸਭ ਤੋਂ ਵੱਡਾ ਸਾਡਾ ਨੁਕਸਾਨ ਸੀਗਾ। ਤੇ ਸਿੰਘ ਸਾਹਿਬ, ਜਿਵੇਂ 63% ਵੋਟ ਹੈ ਜਿਹੜੀ ਉਹ ਪੋਲ ਨਹੀਂ ਹੋਈ ਤੁਸੀਂ ਕਹਿੰਦੇ, ਤੇ ਉਹਦੇ ਵਿੱਚੋਂ ਵੀ ਕੀ ਭਰੋਸਾ ਹੈ ਕਿ ਜ਼ਿਆਦਾ ਵੋਟ ਜਿਹੜੀ ਤੁਹਾਨੂੰ ਪੈਣੀ ਸੀ ਜੇ ਉਹ ਪੈਂਦੀ? ਉਹ ਦੇਖੋ ਜੀ, ਇਹ ਤੇ ਜਿਹੜੀ ਵੋਟ ਨੂੰ ਪੈਸਾ ਰਾਤ ਨੂੰ ਪਹੁੰਚ ਗਿਆ, ਉਹਦੀ ਗਿਣਤੀ ਬਹੁਤ ਘੱਟ ਸੀ ਤੇ ਸਾਰੀ ਵੋਟ ਪੈਸਾ ਨਹੀਂ ਲੈਂਦੀ ਹੁੰਦੀ। ਤੁਸੀਂ ਦੇਖੋ ਅੱਜ ਵੀ 1,27,000 ਵੋਟ ਪੋਲ ਹੋਈ ਆ, ਜਾਂ ਐਂ ਕਹਿ ਲਓ ਕਿ 40% ਮਿਲੀ ਆ ਬਾਦਲ ਨੂੰ ਤੇ 60% ਉਹਦੇ ਵਿਰੋਧ 'ਚ ਗਈ ਆ। ਵਿਰੋਧ ਦੇ ਵਿੱਚ ਬਾਦਲ ਦਾ ਵਿਰੋਧ ਆ, ਸਾਡਾ ਕਿਸ ਦਾ ਸਾਥ ਆ, ਕਿਸੇ ਦਾ ਵਿਰੋਧ ਆ, ਲੇਕਿਨ ਐਂਟੀ ਬਾਦਲ 60% ਵੋਟ ਗਈ ਆ ਤੇ ਉਹਨੇ ਪੈਸੇ ਤੇ ਨਹੀਂ ਲਏ। ਅਸੀਂ ਉਹਨਾਂ ਦਾ ਬੜਾ ਸਨਮਾਨ ਕਰਦੇ ਆ ਕਿ ਇੰਨੀਆਂ ਘੱਟ ਵੋਟਾਂ ਦੇ ਵਿੱਚ ਵੀ ਜਿਹੜੀ 40% ਵੋਟ ਆ, ਉਹਨਾਂ ਹੀ ਕਿਤੇ ਨਾ ਕਿਤੇ ਇਹ ਜ਼ਹਿਰ ਜਿਹੜਾ ਚੱਬਿਆ, ਅੱਖ ਚੱਬਿਆ, ਤੇ ਜਿਹੜੀ 60% ਵੋਟ ਆ ਉਹ ਅੱਜ ਵੀ ਸਨਮਾਨਯੋਗ ਅੱਖਾਂ ਨਾਲ ਅਸੀਂ ਉਹਨਾਂ ਨੂੰ ਦੇਖ ਸਕਦੇ ਆ। ਤੇ ਜਿਹੜੀਆਂ ਤੁਹਾਡੀਆਂ 7 ਸੀਟਾਂ ਦੇ ਉੱਤੇ ਇੱਕ ਕੈਂਡੀਡੇਟ ਹਾਲਾਂਕਿ ਹਾਰਿਆ, ਇੱਕ ਕੈਂਡੀਡੇਟ ਨੇ ਜਿਹੜੇ ਤੁਹਾਡੇ ਉਹ ਸਿਰਫ 67 ਵੋਟਾਂ ਤੇ ਰਹਿ ਗਏ ਨੇ, 63 ਵੋਟਾਂ ਤੇ ਬਾਕੀ ਜਿਹੜੇ 7 ਕੈਂਡੀਡੇਟਸ ਨੂੰ ਜਿੰਨੀਆਂ ਵੀ ਵੋਟਾਂ ਮਿਲੀਆਂ ਨੇ, ਕਿੰਨੀ ਕੁ ਪਰਸੈਂਟੇਜ ਹੈ? ਦੇਖੋ ਪਰਸੈਂਟੇਜ ਜਿਹੜੀ ਹੈ ਨਾ, ਮੈਂ ਮੁੱਖ ਦੀ ਗੱਲ ਇਹ ਕਹਿ ਸਕਦਾ ਕਿ ਭਾਵੇਂ ਉੱਥੇ ਮਨਜੀਤ ਦਾ ਆਉਂਦਾ, ਭਾਵੇਂ ਮੇਰਾ ਆਉਂਦਾ, ਜੇ ਇੱਕ ਉਮੀਦਵਾਰ ਹੁੰਦਾ ਅਸੀਂ ਜਿੱਤਦੇ ਸੀ ਸਾਰੀਆਂ, ਕਿਉਂਕਿ ਵੋਟ ਪਰਸੈਂਟੇਜ ਜਿਹੜੀ ਹੈ ਨਾ, ਹੋ ਸਕਦਾ 7 ਚੋਂ ਅਸੀਂ ਇੱਕ ਹਾਰ ਜਾਂਦੇ, ਪਰ ਜੇ ਮਨਜੀਤ ਸਿੰਘ ਜਿਹੜਾ ਉਹ ਬਿਠਾਉਂਦਾ ਜਾਂ ਸਰਨਿਆਂ ਦੇ ਨਾਲ ਉਹਨਾਂ ਦਾ ਕੁਝ ਹੁੰਦਾ ਤੇ ਮੈਨੂੰ ਸੀਟ ਬਦਲ ਦਿੰਦੇ। ਕੋਈ ਇਹਨੂੰ ਮਨਜੀਤ ਸਿੰਘ ਨੂੰ ਮੇਰੇ ਵਾਲੀਆਂ 7 ਚੋਂ 3 ਮਿਲ ਜਾਂਦੀਆਂ ਤੇ ਮੈਨੂੰ ਹੋਰ ਕਿਤੇ ਮਿਲ ਜਾਂਦੀ, ਪਰ ਉਹ ਦੋਵਾਂ ਨੇ ਸੁਣੀ ਨਹੀਂ ਕੋਈ। ਪਰ ਜੋ ਮੈਂ ਕਹਿ ਸਕਦਾ ਵੀ ਭਾਣਾ ਹੀ ਮੰਨਣਾ ਪਿਆ ਸਾਨੂੰ। ਬਿਲਕੁਲ। ਹੁਣ ਮਨਜੀਤ ਸਿੰਘ ਜੀਕੇ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ, ਉਹ ਵੀ ਹੁਣ ਕਹਿ ਰਹੇ ਨੇ ਕਿ ਸਾਡੀ ਦੋਵਾਂ ਦੀ ਜਿਹੜੀ ਅੜੀ ਕਰਕੇ ਇਹ ਵੋਟਾਂ ਅਸੀਂ ਹਾਰੀਆਂ ਨੇ। ਪਰ ਹੁਣ ਇਹਨਾਂ ਗੱਲਾਂ ਦਾ ਸਿੰਘ ਸਾਹਿਬ ਕੀ ਫਾਇਦਾ ਹੈਗਾ? ਮੈਨੂੰ ਜਦੋਂ ਇਹਨਾਂ ਨੇ ਕਿਹਾ ਕਿ ਤੁਸੀਂ, ਮੈਂ ਇਹਨਾਂ ਨੂੰ ਫੂਲਕਾ ਸਾਹਿਬ ਨੂੰ, ਢੀਂਡਸਾ ਸਾਹਿਬ ਨੂੰ, ਸਰਨਾ ਦੇ ਸਾਹਮਣੇ, ਮਨਜੀਤ ਸਿੰਘ ਦੇ ਸਾਹਮਣੇ ਮੈਂ ਕਿਹਾ ਇਹਨਾਂ ਦੋਵਾਂ ਨੇ ਮੇਰੇ ਨਾਲ ਠੀਕ ਨਹੀਂ ਵਰਤਾਓ ਕੀਤਾ, ਲੇਕਿਨ ਉਹਦੇ ਬਾਵਜੂਦ ਤੁਸੀਂ ਮੈਨੂੰ 45-46 ਚੋਂ ਇੱਕ ਸੀਟ ਦਿਓ ਕਿ ਮੈਂ ਤਾਂ ਵੀ ਤੁਹਾਡੇ ਨਾਲ ਆ। ਤੁਸੀਂ ਇਹਨਾਂ ਦੀ ਗੱਲ ਨਿਬੇੜੋ, ਨਹੀਂ ਨਿਬੇੜ ਪਾਏ। ਇੱਥੋਂ ਤੱਕ ਹੋਇਆ ਵੀ 22-23 ਸੀਟਾਂ ਤੇ ਹੀ ਇਹਨਾਂ ਦੀ ਇੱਕ ਸੀਟ ਕਰ ਲਈ ਜਾਵੇ, ਫਿਰ ਤੁਸੀਂ ਉਹ ਲੱਭੋ। 5 ਲੱਭ ਕੇ 5 ਤੇਰੀਆਂ ਛੱਡੀਆਂ, 5 ਮੇਰੀਆਂ ਛੱਡੀਆਂ, ਤੋਂ ਉਦੋਂ ਬਾਅਦ ਬਸ ਛੁੱਟੀ ਜੀ। ਤੇ ਸਿੰਘ ਸਾਹਿਬ, ਇੱਕ ਸੰਗਤ ਦੇ ਵਿੱਚ ਇਹ ਜਿਹੜਾ ਪੱਖ ਵੀ ਚੱਲਿਆ ਕਿ ਜਦੋਂ ਤੁਸੀਂ ਪਰਮਜੀਤ ਸਿੰਘ ਸਰਨਾ ਜਾਂ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ ਗੱਠਜੋੜ ਕੀਤਾ, ਤਾਂ ਸੰਗਤ ਦੇ ਵਿੱਚ ਕਿਤੇ ਨਾ ਕਿਤੇ ਰੋਸ ਹੋਇਆ ਇਸ ਗੱਲ ਨੂੰ, ਇਸ ਗੱਲ ਨੂੰ ਲੈ ਕੇ ਕੀ ਤੁਸੀਂ ਸੰਗਤ ਨੂੰ ਕਹਿਣਾ ਚਾਹੋਗੇ? ਦੇਖੋ, ਇੱਕ ਬਾਦਲ ਆ ਜਿਹਦਾ ਮੈਨੂੰ ਲੱਗਦਾ ਕਿ ਮੈਂ ਸਾਰੀ ਜ਼ਿੰਦਗੀ ਵਿਰੋਧ ਕਰੂੰਗਾ ਜੀ, ਉਹਨੂੰ ਮੈਂ ਕਦੀ ਮਾਫ ਨਹੀਂ ਕਰ ਸਕਦਾ, ਕਿਉਂਕਿ ਉਹਨੇ ਰਣਜੀਤ ਸਿੰਘ ਦਾ ਨਹੀਂ, ਗੁਰੂ ਘਰ ਦਾ ਨੁਕਸਾਨ ਕੀਤਾ। ਤੇ ਅੱਜ ਗੁਰਦੁਆਰਿਆਂ ਦੀ ਮਰਿਆਦਾ ਦੀ ਡੈਫੀਨੇਸ਼ਨ ਹੀ ਉਹਨੇ ਵੱਖਰੀ ਬਣਾਤੀ। ਅੱਜ ਅਸੀਂ
ਜੋ ਕੁਝ ਵੀ ਚੱਲ ਰਿਹਾ ਇਹ ਜਿਹੜੀ ਵੋਟ ਪਾਈ ਹੈ ਹੁਣ 4 ਸਾਲ ਲਈ ਸਿੱਖਾਂ ਨੇ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਸਿੱਖਾਂ ਨੂੰ ਵੀ ਸਾਡੇ ਕਾਲਜ ਕਿੱਥੇ ਗਏ, ਸਾਡੇ ਸਕੂਲ ਕਿੱਥੇ ਗਏ, ਸਾਡੀਆਂ ਸੰਸਥਾਵਾਂ ਦਾ ਜਿਹੜਾ ਜਿੱਥੋਂ ਪਰਉਪਕਾਰ ਦੇ ਸੋਮੇ ਫੁੱਟਣੇ ਸੀ ਉਹ ਕਿੱਥੇ ਗਏ, ਇਹ ਸਕੂਲ ਦੀਆਂ ਬਿਲਡਿੰਗਾਂ ਇਹ ਗਹਿਣੇ ਕਿਉਂ ਪਈਆਂ ਨੇ, ਇਹ ਹੁਣ ਪਤਾ ਲੱਗੂ ਉਹਨਾਂ ਨੂੰ। ਪਰ ਅਸੀਂ ਤੇ ਉਸ ਟਾਈਮ ਵੀ ਪਹਿਰਾ ਦੇਵਾਂਗੇ, ਅੱਜ ਵੀ ਪਹਿਰਾ ਦੇ ਰਹੇ, ਸਾਨੂੰ ਕੋਈ ਗਿਲਾ ਨਹੀਂ। ਦਸਮ ਪਾਤਸ਼ਾਹ ਪਰਿਵਾਰ ਵਾਰਗੇ ਤਾਂ ਨਹੀਂ ਸਿੱਖ ਕੌਮ ਨੇ ਉਹਦਾ ਕੋਈ ਗੁਣ ਕੀਤਾ। ਬੰਦਾ ਸਿੰਘ ਬਹਾਦਰ ਆਪਣਾ ਪਰਿਵਾਰ ਵਾਰ ਗਿਆ, ਆਪਣੇ ਬੱਚੇ ਦੀਆਂ ਆਂਦਰਾਂ ਗਲ 'ਚ ਪਵਾ ਕੇ ਤੇ ਉਹਦਾ ਜਿਗਰ ਦਾ ਟੁਕੜਾ ਵੀ ਉਹਦੇ ਮੂੰਹ 'ਚ ਤੁੰਨਿਆ ਤੇ ਉਹ ਫਿਰ ਵੀ ਉਹਨੇ ਦਸਮ ਪਾਤਸ਼ਾਹ ਦਾ ਹੋ ਕੇ ਸ਼ਹੀਦ ਹੋਇਆ। ਤੋ ਸਿੱਖਾਂ ਨੇ ਕਦਰ ਨਹੀਂ ਪਾਈ, ਉਹਦੀ ਵੀ ਕਦਰ ਨਹੀਂ ਪਾਈ। ਤੋ ਇਸ ਕਦਰ ਜਿਹੜੀ ਆ ਅਕਾਲ ਪੁਰਖ ਇਸ ਗੱਲ ਦਾ ਥੋੜਾ ਬਹੁਤ ਰੰਜ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਦੇ ਸੁਨੇਹੇ ਜਿਹੜੇ ਬੜੇ ਵਾਇਰਲ ਹੋ ਰਹੇ ਨੇ ਕਿ ਤੁਸੀਂ ਜਿਹੜੀ ਕੁਰਬਾਨੀ ਦਿੱਤੀ ਹੈ ਸਿੱਖ ਕੌਮ ਦੇ ਲਈ ਕਿ ਤੁਹਾਡੇ ਜਿਉਂਦੇ ਜੀ ਸ਼ਾਇਦ ਸਿੱਖ ਉਹਦੀ ਕਦਰ ਨਹੀਂ ਪਾਉਣਗੇ। ਤੁਹਾਡੇ ਮਨ 'ਚ ਕੋਈ ਮਲਾਲ ਹੈ? ਨਹੀਂ, ਮੈਂ ਨਾ ਅਸਲ 'ਚ ਆਪਣੀ ਲਾਹੇ ਦੀ ਜ਼ਿੰਦਗੀ ਜੀਉ ਰਿਹਾ, ਮੈਨੂੰ ਕੋਈ ਮਲਾਲ ਨਹੀਂ। ਮੈਂ ਤੁਹਾਨੂੰ ਮੁੱਖ ਦੀ ਗੱਲ ਦੱਸਦੀ ਕਿ ਮੇਰੀ ਲਾਈਫ ਬਾਦਲ ਦੇ ਵਿਰੋਧ ਵਿੱਚ ਜ਼ਿੰਦਗੀ ਨਿਕਲੂਗੀ। ਮੈਨੂੰ ਕੋਈ ਲਾਲਚ ਨਹੀਂ, ਨਾ ਮਿਨਿਸਟਰੀ ਦਾ, ਨਾ ਜਥੇਦਾਰੀਆਂ ਦਾ, ਨਾ ਪ੍ਰਧਾਨਗੀਆਂ ਦਾ। ਮੇਰੀ ਸਿਰਫ ਇੱਕ ਇੱਛਾ ਹੈ ਕਿ ਜਿਹੜੀ ਦਸਮ ਪਾਤਸ਼ਾਹ ਨੇ ਪਰਿਵਾਰ ਵਾਰ ਕੇ ਇੱਕ ਖੇਡ ਬਣਾਈ ਆ, ਇੱਕ ਸਿਧਾਂਤ ਬਣਾਇਆ, ਇੱਕ ਮਿਸ਼ਨ ਦਿੱਤਾ, ਉਹ ਮਿਸ਼ਨ ਜਿਉਂਦਾ ਰਹੇ ਤਾਂ ਕਿ ਸਾਡੀ ਕੌਮ ਦੀ ਹੋਂਦ ਬਚੀ ਰਹੇ, ਸਾਡੀ ਕੌਮ ਦਾ ਜੀਵਨ ਬਚਿਆ ਰਹੇ, ਸਾਡੀ ਕੌਮ ਦੀ ਆਤਮਾ ਪਰਮ ਪਿਤਾ ਪਰਮਾਤਮਾ ਦੇ ਨੇੜੇ ਰਹੇ ਜੀ। ਇਹ ਸਾਡੀ ਇੰਨੀ ਇੱਛਾ। ਦੂਸਰਾ ਸਾਡੀ ਜਿਹੜੀ ਪ੍ਰਾਪਤੀ ਸੀ ਉਹ ਅਸੀਂ ਕਰ ਬੈਠੇ ਆ, ਬਹੁਤ ਚਿਰ ਦੀ ਕਰ ਬੈਠੇ ਆ, ਉਹਦੀ ਕੋਈ ਇੱਛਾ ਨਹੀਂ। ਹੁਣ ਤੇ ਲਾਹੇ ਦੀ ਜ਼ਿੰਦਗੀ ਬਤੀਤ ਕਰ ਰਹੇ ਆ। ਤੇ ਸਿੰਘ ਸਾਹਿਬ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਜਾਂ ਚਰਚਾ ਵੀ ਚੱਲ ਰਹੀ ਸੀ ਕਿ ਦਿੱਲੀ ਦੀ ਇਲੈਕਸ਼ਨ ਦਾ ਰਿਜ਼ਲਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ SGPC ਇਲੈਕਸ਼ਨ ਤੇ ਬੜਾ ਪ੍ਰਭਾਵ ਪਾਏਗਾ, ਉਹਦਾ ਬੜਾ ਅਸਰ ਹੋਏਗਾ। ਤੇ ਹੁਣ ਇੱਥੇ ਇਸ ਚੋਣਾਂ ਨੂੰ ਲੈ ਕੇ ਵੀ ਤੁਸੀਂ ਚਿੰਤਾ ਵਿੱਚੋਂ? ਦਿੱਲੀ ਜਿਹੜੀ ਆ ਨਾ ਜੀ, ਦਿੱਲੀ ਜਦੋਂ ਦਿੱਲੀੋਂ ਗੁਰੂ 9ਵੇਂ ਪਾਤਸ਼ਾਹ ਦਾ ਸੀਸ ਉਤਾਰਿਆ ਗਿਆ ਤੇ ਉਦੋਂ ਹੋਕਾ ਦਿੱਤਾ ਸੀ ਗੁਰਸਿੱਖ ਹੋਵੇ ਤੇ ਆਵੇ। ਪਰ ਉਦੋਂ ਭਾਈ ਜੈਤਾ ਜੀ ਨੇ ਜਿਹੜੀ ਸ਼ਿਕਾਇਤ ਕੀਤੀ ਦਸਮ ਪਾਤਸ਼ਾਹ ਕੋਲ, ਉਦੋਂ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਕਿ ਦਿੱਲੀ ਦੇ ਜਿਹੜੇ ਸਿੱਖ ਸੀਗੇ ਨਾ, ਆਪਨ ਕੋ ਰਾਮ ਭਗਤ ਬਖਾਨੇ, ਆਪਣੇ ਆਪ ਨੂੰ ਰਾਮ ਭਗਤ ਕਹਿ ਕੇ ਪੇਸ਼ ਕੀਤਾ, ਸਿੱਖ ਸਵੀਕਾਰ ਨਹੀਂ ਕੀਤਾ। ਦਿੱਲੀ ਦੇ ਸਿੱਖਾਂ ਤੇ ਅਸੀਂ ਇਹ ਆਸ ਨਾ ਰੱਖ ਸਕਦੇ ਹਾਂ, ਨਾ ਉਹਨਾਂ ਦੀ ਜਿਹੜੀ ਕਿਰਦਾਰ ਆ। ਜਾਂ ਮੈਂ 8-8 ਕਰੋੜ ਦੀ ਕੋਠੀ 'ਚ ਬੈਠਾ ਸਿੱਖ ਮੇਰੇ ਨਾਲ ਮੀਟਿੰਗ ਕਰ ਗਿਆ, ਅਗਲੇ ਦਿਨ 5 ਲੱਖ ਲੈ ਕੇ ਮੁੱਕਰ ਗਿਆ ਇਹਨਾਂ ਚੋਣਾਂ 'ਚ ਇਹੋ ਜਿਹੀਆਂ ਗੱਲਾਂ। ਇਹੀ ਬਲਕਿੰਦਰ ਸਿੰਘ ਜਿਹੜਾ 63 ਵੋਟਾਂ ਤੇ ਹਾਰਿਆ, ਉੱਥੋਂ ਹੀ ਹਾਰਿਆ। ਅੱਛਾ। ਤੋ ਇਹੋ ਜਿਹੀਆਂ ਗੱਲਾਂ ਦੂਸਰੀਆਂ ਸਿੰਘ ਸਭਾਵਾਂ 'ਚੋਂ ਹੀ ਆ ਰਹੀਆਂ ਕਿ ਰਾਤ 5 ਲੱਖ ਦਿੱਤਾ, ਕਮੇਟੀ ਪੂਰੀ ਨੂੰ ਭਾਵੇਂ ਗੁਰੂ ਘਰ ਚਲਾ ਲਓ, ਭਾਵੇਂ ਆਪ ਵਰਤ ਲਓ, ਭਾਵੇਂ ਆਪਣੇ ਸਟਾਫ ਨੂੰ ਦੇ ਦਿਓ, ਭਾਵੇਂ ਆਪਣੇ ਪਰਿਵਾਰਾਂ ਨੂੰ ਦੇ ਦਿਓ, ਇਹ ਤੁਹਾਡਾ 5 ਲੱਖ। ਅੱਛਾ। ਤੋ ਇਹ ਜਿਹੜਾ ਕਰੋਨਾ ਕਰਕੇ ਇਕੱਠਾ ਕੀਤਾ, ਅਮਿਤਾਭ ਬੱਚਨ ਤੋਂ 12 ਕਰੋੜ ਲਿਆ, ਸਿੱਖਾਂ ਦਾ ਖੂਨ ਦਾ ਮੁੱਲ, ਇਹ ਗ੍ਰੰਥੀ ਨੇ ਭੀਖ ਮੰਗ ਕੇ ਕੈਨੇਡਾ ਵਿਦੇਸ਼ਾਂ 'ਚੋਂ ਸਿੱਖਾਂ ਤੋਂ ਮੰਗਵਾਇਆ, ਇਹ ਸਾਰਾ ਦਾ ਸਾਰਾ ਇਹ ਤਰ੍ਹਾਂ ਪਾਣੀ ਦੀ ਤਰ੍ਹਾਂ ਰੋੜਿਆ। ਸ਼ਰਾਬ ਦੇ ਇੱਕ ਇਹਨਾਂ ਨੇ ਸਿੱਕਾ ਬਣਵਾਇਆ ਚਾਂਦੀ ਦਾ, ਉਹ 1100 ਰੁਪਏ ਦਾ ਬਣਿਆ ਜੀ, ਉਹਦੇ ਤੇ 골ਡ ਰੰਗ ਕੀਤਾ, ਉਹ ਵੰਡਿਆ ਹਰ ਇੱਕ ਵੋਟਰ ਨੂੰ ਦਿੱਤੇ। ਸੋਨੇ ਦਾ ਕਹਿ ਕੇ? ਸੋਨੇ ਦਾ ਨਹੀਂ, ਚਾਂਦੀ ਦਾ ਕਹਿ ਕੇ ਸੋਨੇ ਦਾ ਰੰਗ ਕੀਤਾ ਸੀ, ਕਿਹਾ ਚਾਂਦੀ ਦਾ। 1100 ਰੁਪਏ ਦਾ ਰੇਟ ਹੈ ਉਹਦਾ। ਉਹ ਇਹਨਾਂ ਨੇ ਬਹੁਤ ਪਹਿਲਾਂ ਤੋਂ ਵੰਡ ਦਿੱਤਾ ਸੀ ਘਰਾਂ 'ਚ। ਠੀਕ ਹੈ, ਯਾਨੀ ਕਿ ਪੈਸੇ ਦੇ ਦਮ ਤੇ ਜ਼ਿਆਦਾ ਵੋਟਾਂ। ਇੱਕ ਇਹਨਾਂ ਨੇ ਜਿਹੜਾ ਕਰੋਨਾ ਦੇ ਵਿੱਚ ਦਿੱਲੀ ਦੇ ਸਿੱਖਾਂ ਨੇ ਸਰਸੇ ਨੂੰ ਪੈਸਾ ਨਹੀਂ ਦਿੱਤਾ, ਰਾਸ਼ਨ ਦੇਤਾ। ਰਾਸ਼ਨ ਜਿਹੜਾ ਗਿਆ ਉਹ ਬੰਗਲਾ ਸਾਹਿਬ ਦੇ ਵਿੱਚੋਂ ਟਰੱਕ ਭਰਿਆ, ਇਹ ਜਾ ਰਿਹਾ ਜੀ ਲੰਗਰ 'ਚ ਰਕਾਬਗੰਜ, ਪਰ ਉਹ ਚਲੇ ਗਿਆ ਚਾਣਕਿਆਪੁਰੀ, ਚਲੇ ਗਿਆ ਦੁਆਰਕਾ, ਚਲੇ ਗਿਆ ਸਰਸੇ ਦੇ ਗੋਦਾਨ 'ਚ। ਤੇ ਉੱਥੋਂ ਇਹਨਾਂ ਦੇ ਮੈਂਬਰਾਂ ਨੇ ਹਰ 15 ਦਿਨ ਬਾਅਦ, ਮਹੀਨੇ ਬਾਅਦ ਆਪਣੀਆਂ ਵੋਟਰਾਂ ਨੂੰ ਉਹ ਸਾਰਾ ਕੁਝ ਵੰਡਿਆ ਤੇ ਨਾਲ ਉਹ ਥੈਲਿਆਂ ਦੇ ਵਿੱਚ ਇੱਕ ਫੋਟੋਆਂ ਪਾਈਆਂ ਕਿ ਅਕਾਲੀ ਦਲ ਤੁਹਾਡੀ ਸੇਵਾ 'ਚ ਹਾਜ਼ਰ ਹੈ। ਪਰ ਕਿਤੇ ਨਾ ਕਿਤੇ ਸਿੰਘ ਸਾਹਿਬ ਸੰਗਤ ਨੂੰ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ, ਚਾਹੇ ਆਪਾਂ ਦੇਖ ਲਈਏ ਕਿ ਕਿਸਾਨ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਸਿਰਸਾ ਐਕਟਿਵ ਰਹੇ ਨੇ ਜਾਂ ਉਸ ਤੋਂ ਬਾਅਦ ਕਰੋਨਾ ਦੇ ਵਿੱਚ ਐਕਟਿਵ ਰਹੇ ਨੇ, ਕਿਤੇ ਨਾ ਕਿਤੇ ਸੰਗਤ ਦੇ ਦਿਲ ਤੇ ਉਹ ਵੀ ਅਸਰ ਕੀਤਾ ਹੋਊਗਾ। ਭਲੇਖੇ ਅੱਜ ਜਿਸ ਤਰ੍ਹਾਂ ਇਹ ਜਿਹੜਾ ਬਡਾਲਾ ਸੀਗਾ, ਉਹਨੂੰ ਮੈਂ ਕਦੀ ਨਹੀਂ ਬੋਲਿਆ ਉਸ ਤਰ੍ਹਾਂ ਦੇ ਮਾਮਲੇ 'ਚ ਜਾਂ ਉੱਥੋਂ ਦੇ ਮਾਮਲੇ 'ਚ। ਉਹ ਜਿਸ ਤਰ੍ਹਾਂ ਉਹਨੂੰ ਹੀਰੋ ਬਣਾ ਕੇ ਕਮੇਟੀ ਨੇ ਗਲ 'ਚ ਸਰੋਪੇ ਪਾ ਕੇ ਪੇਸ਼ ਕੀਤਾ ਤੇ ਉੱਥੇ ਜਾ ਕੇ ਇਹ ਵੋਟਾਂ ਤੋੜੇ ਤੇ ਲਵੇ ਜੀ, ਉਹ ਇੱਕ ਚਾਲ ਸੀ। ਇਹਨਾਂ ਚਾਲਾਂ ਦੇ ਵਿੱਚ ਸਾਡੀ ਕੌਮ ਬਾਰ-ਬਾਰ ਆਉਂਦੀ ਆ ਤੇ ਉਹਨਾਂ ਦੇ ਜਾਣ ਨਾਲ ਵੋਟਾਂ ਟੁੱਟੀਆਂ। ਉਹ ਤੇ ਹੁਣ ਅਖਬਾਰ ਤੁਹਾਨੂੰ ਦੱਸਦਾ ਕਿ ਉਹ ਅਗਲੀ ਵਾਰੀ ਲੜਨ ਜੋਗੇ ਨਹੀਂ ਰਹੇ ਜੀ, ਕਿਤੇ ਵੀ ਉਹਨਾਂ ਦੀ ਜ਼ਮਾਨਤ ਹੀ ਜ਼ਬਤ ਹੋਈ ਆ। ਮੇਰਾ ਨਹੀਂ ਕੋਈ। ਸੋ ਸਿੰਘ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਸਾਨੂੰ ਨਾ ਮਨਜੀਤ ਸਿੰਘ ਤੇ ਮੇਰੀ ਤੇ ਸਰਨਾ ਦੀ ਵੋਟ ਜੇ ਇਕੱਠੀ ਹੁੰਦੀ ਤਾਂ ਅਸੀਂ 38 ਸੀਟਾਂ ਲਿਜਾਂਦੇ ਸੀ। ਅੱਜ ਆંકੜੇ ਦੱਸਦੇ ਨੇ, ਜਿਹੜੇ ਅੱਜ ਆંકੜੇ ਨੇ।
ਹਜੇ ਪ੍ਰਧਾਨ ਚੁਣਿਆ ਜਾਣਾ ਹੈ, ਬਟਾਲੇ ਬਟੋਲੇ ਦੀ ਵੋਟ ਦੀ ਨਹੀਂ ਸਾਨੂੰ ਫਰਕ ਪਿਆ ਕੋਈ ਜੀ। ਸਿੰਘ ਸਾਹਿਬ ਹਜੇ ਪ੍ਰਧਾਨ ਦੀ ਚੋਣ ਹੋਣੀ ਹੈ, ਉਸ ਤੋਂ ਉੱਥੋਂ ਤੱਕ ਉਸ ਸਮੇਂ ਤੱਕ ਕੋਈ ਸਮੀਕਰਨ ਬਦਲ ਸਕਦੇ ਨੇ? ਤੁਹਾਡੀ ਪਾਰਟੀ ਵੀ ਲੱਗਦਾ ਕੁਛ ਨਾ ਕੁਛ ਤੋੜ ਜੋੜ ਚ ਲੱਗੀ? ਦੇਖੋ ਤੋੜ ਜੋੜ ਚ ਨਹੀਂ ਗੀ, ਉਹ ਤੇ ਇਹ ਆ ਕਿ ਅਸੀਂ ਤੇ ਆਪਣਾ ਆਪ ਵਿਚਾਰ ਰਹੇ ਕਿ ਸਾਡੇ ਮੈਂਬਰ ਜਿਹੜਾ ਸਰਸਾ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਹਰਾਮ ਦਾ ਪੈਸਾ ਇਕੱਠਾ ਹੋਇਆ ਉਹਨੂੰ ਵਰਤ ਕੇ ਮੈਂਬਰ ਤੋੜਾਂ, ਇਹਨਾਂ ਦੇ ਇੱਕ ਵੀ ਕੋਆਪਸ਼ਨ ਨਾ ਆਉਣ ਦੇਵਾਂ, ਇਹਨਾਂ ਦਾ ਮੈਂਬਰ ਨਾਮਜ਼ਦ ਨਾ ਹੋਣ ਦੇਵਾਂ, ਉਹ ਤੋਂ ਆਪਣਾ ਬਚਾਅ ਕਰ ਰਹੇ ਹਾਂ। ਅਸੀਂ ਕਿਸੇ ਦੇ ਮੈਂਬਰ ਨਹੀਂ ਤੋੜ ਰਹੇ, ਇਹ ਮੈਂਬਰ ਤੋੜ ਕੇ ਤੇ ਅਸੀਂ ਯਕੀਨ ਕਿਹਨਾਂ ਤੇ ਕਰਾਂਗੇ। ਹੁਣ ਅੱਗੇ ਕੀ ਹੈ ਸਿੰਘ ਸਾਹਿਬ? ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀ, ਪੰਜਾਬ 'ਚ ਹੁਣ ਤੁਹਾਨੂੰ ਕਿੰਨਾ ਜ਼ਿਆਦਾ ਕੰਮ ਕਰਨਾ ਪਏਗਾ? ਪਿਛਲਾ ਜਿਹੜਾ ਕੀਤਾ ਸੀ ਉਹ ਤੇ ਕੋਈ ਅਸਰ ਪਿਆ? ਅਸੀਂ ਇਹਨੂੰ ਰੂਟੀਨ ਚੀਜ਼ ਦੇਖੋ, ਇਹ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਸਰਕਾਰ ਨੇ ਪ੍ਰਬੰਧਕ ਕਮੇਟੀ ਦੀ ਰਾਹੀਂ ਸਾਨੂੰ ਗੁਲਾਮ ਬਣਾਇਆ ਜੀ। ਇਹਦਾ ਇੱਕੋ ਇੱਕ ਹੱਲ ਆ ਕਿ ਵੋਟ ਜਿਹੜੀ ਵੋਟ ਪਰਸੈਂਟੇਜ ਆ ਉਹ ਉਸੇ ਤਰ੍ਹਾਂ ਪਵੇ ਸਿੱਖ ਜਿਸ ਤਰ੍ਹਾਂ ਉਹ ਚ ਪਾਉਂਦਾ ਵਿਧਾਨ ਸਭਾ ਚ ਲੋਕ ਸਭਾ ਚ। ਅੱਜ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਨੇ, ਇਹਦੀਆਂ ਵੋਟਾਂ ਬਣ ਰਹੀਆਂ ਨੇ ਤਾਜ਼ੀਆਂ, ਇਹੀ ਸਿੱਖ ਵੋਟਾਂ ਜਿਹੜੀਆਂ ਉਹ ਪ੍ਰਬੰਧਕ ਕਮੇਟੀ ਚ ਕੰਮ ਆਉਣੀਆਂ ਚਾਹੀਦੀਆਂ, ਲੇਕਿਨ ਉਹਦੀਆਂ ਜਦੋਂ ਵੱਖਰੀਆਂ ਬਣ ਗਈਆਂ ਤੇ ਉਹ ਬਣ ਗਈਆਂ 30-35 ਲੱਖ ਜੀ, ਤੇ ਉਹਦੇ ਚ ਸਾਡਾ ਹੱਕ ਮਾਰਿਆ ਜਾਊਗਾ ਜੀ। ਤੋਂ ਅਸੀਂ ਇਹ ਦਿੱਲੀ ਚ ਵੀ ਦੇਖ ਲਿਆ ਤੇ ਇੱਥੇ ਵੀ ਦੇਖ ਲਿਆ। ਦਿੱਲੀ ਚ ਸਾਰਾ ਕੁਝ ਦੇਖਦੇ ਆ, ਸਾਡੀਆਂ ਅੱਖਾਂ 'ਚ ਘੱਟਾ ਪਾਇਆ ਗਿਆ ਜੀ, ਕਰੋਨਾ ਇਹ ਬਾਹਰ ਨਹੀਂ ਨਿਕਲਦਾ ਜੀ, ਐਂ ਕਦੇ ਵੀ ਜਦੋਂ ਇੱਕ ਕੇਜਰੀਵਾਲ ਨੂੰ ਵੋਟ ਪੈ ਚੁੱਕੀ ਸਿੱਖਾਂ ਦੀ, ਉਹ ਸਿੱਖ ਵੋਟ ਜਿਹੜੀ ਆ ਕਮੇਟੀ 'ਚ ਕਿਉਂ ਨਹੀਂ ਪੈ ਸਕਦੀ? ਤੁਸੀਂ ਜ਼ਿਆਦਾ ਕੋਈ ਜ਼ਿਆਦਾ ਪਤਤ ਨਜ਼ਰ ਆਉਂਦਾ ਉਹਨੂੰ ਵੋਟ ਨਾ ਪਾਉਣ ਦਿਓ ਜੀ। ਤੋ ਇਹ ਜਿਹੜਾ ਸਿਸਟਮ ਆ ਉਹਦੇ ਲਈ ਅਸੀਂ ਪਹਿਲਾਂ ਤੋਂ ਸੁਚੇਤ ਆ। ਅਸੀਂ ਜਿਹੜਾ ਕਮਿਸ਼ਨ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲਈ ਕਮਿਸ਼ਨ ਬਣਿਆ, ਇਲੈਕਸ਼ਨ ਕਮਿਸ਼ਨ, ਅਸੀਂ ਉਹਦੇ ਨਾਲ ਡੈਪੂਟੇਸ਼ਨ ਲੈ ਕੇ ਮਿਲਾਂਗੇ, ਉਹਨਾਂ ਨੂੰ ਇਹ ਕਵਾਂਗੇ ਕਿ ਇੱਥੇ ਸਾਡੀ ਹਰੇਕ ਸਿੱਖ ਦੀ ਵੋਟ ਯਕੀਨੀ ਬਣੇ, ਕਿਉਂਕਿ ਹਰੇਕ ਸਿੱਖ ਜਿਹੜਾ ਉਹ ਗੁਰੂ ਨਾਨਕ ਦਾ ਸਿੱਖ ਹੈ। ਇੱਥੇ ਬਾਦਲ ਦੀ ਜਿਹੜਾ ਬਾਦਲ ਦਾ ਦਫ਼ਤਰ ਨਹੀਂ ਗਾ ਇਹ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਸਾਹਿਬ, ਕਿ ਬਾਦਲ ਦੇ ਕਹਿਣ ਤੇ ਹੀ ਵੋਟ ਬਣੇ ਜੀ। ਤੋ ਇਹ ਆਪਣੀ ਜਿਹੜੀ ਸਾਡੀ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਗੁਲਾਮ ਬਣਾ ਰਹੀ ਹੈ ਸਰਕਾਰ, ਮੈਨੂੰ ਲੱਗਦਾ ਕਿ ਉਹ ਸਰਕਾਰਾਂ ਜਿਹੜੀਆਂ ਉਹ ਵੀ ਬੇਵਕੂਫੀ ਦੇ ਵਿੱਚ ਆਪਣਾ ਸਿੱਖ ਕੌਮ ਦਾ ਹੱਕ ਮਾਰ ਰਹੀਆਂ ਨੇ। ਅਸਲ 'ਚ ਉਹ ਬੇਵਕੂਫ ਬਣਾ ਰਿਹਾ ਪ੍ਰਕਾਸ਼ ਸਿੰਘ ਬਾਦਲ ਤੇ ਆਪਣਾ ਟੱਬਰ ਪਾਲਦਾ ਪਿਆ ਸੱਤਾ ਲੈ ਕੇ ਤੇ ਸਿੱਖਾਂ ਦਾ ਮੁੱਲ ਵੱਟ ਕੇ। ਬਿਲਕੁਲ ਸਿੰਘ ਸਾਹਿਬ, ਪੰਜਾਬ ਦੀ ਹੀ ਮੈਂ ਇੱਕ ਹੋਰ ਗੱਲ ਕਰਾਂ ਕਿ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਪੈਸੇ ਦੇ ਜ਼ੋਰ ਤੇ ਇਹਨਾਂ ਨੇ ਵੋਟਾਂ ਲਈਆਂ ਨੇ, ਅਕਾਲੀ ਦਲ ਦੇ ਧੜੇ ਨੇ, ਪੰਜਾਬ ਦੇ ਵਿੱਚ ਕਿਉਂ ਨਹੀਂ ਲੈ ਸਕਦੇ? ਇੱਥੇ ਵੀ ਸਿੱਖ ਪੈਸੇ ਦੇ ਜ਼ੋਰ ਤੇ ਵੋਟਾਂ ਜਿਹੜੀਆਂ ਪਾਉਣਗੇ ਤੇ ਕਿਵੇਂ ਤੁਸੀਂ ਇੱਥੇ ਹਰੇਕ ਜਗ੍ਹਾ ਹਰੇਕ ਸਮੇਂ ਵੋਟਾਂ ਵਿਕਦੀਆਂ ਆਈਆਂ ਨੇ। ਦਿੱਲੀ 'ਚ ਪਹਿਲਾਂ ਵੀ ਵਿਕਦੀਆਂ, ਅੱਜ ਵੀ ਵਿਕੀਆਂ ਨੇ, ਲੇਕਿਨ ਅੱਜ ਉਹਦਾ ਅਸਰ ਇਸ ਕਰਕੇ ਜ਼ਿਆਦਾ ਦਿਸਿਆ ਕਿ ਵੋਟ ਪਰਸੈਂਟੇਜ ਬੜੀ ਘੱਟ ਪੋਲ ਹੋਈ। ਹੁਣ ਪੋਲਿੰਗ ਹੋਈ 55%, ਜਿੱਥੇ ਸਰਸਾ ਤੇ ਸਰਨਾ ਖੜਿਆ ਤੇ ਸਰਸਾ ਹਾਰਿਆ ਉੱਥੋਂ 500 ਵੋਟ ਤੇ। ਪੋਲਿੰਗ ਹੋਈ 15%, ਪੋਲਿੰਗ ਹੋਈ 22%, 29%, 30%। ਇਹਦਾ ਜਿਹੜਾ ਐਵਰੇਜ ਆ ਉਹ 37% ਕੱਢੀ ਹੈ। ਖਬਰਾਂ ਤਾਂ ਇਹ ਵੀ ਨੇ ਕਿ ਸਰਨੇ ਨੇ ਵੀ ਪੈਸੇ ਬਹੁਤ ਵੰਡੇ ਨੇ। ਦੇਖੋ ਜੀ, ਪੈਸੇ ਤੇ ਦੋਵਾਂ ਦਾ ਕਰੋੜਾਂ ਰੁਪਇਆ ਲੱਗਾ। ਜੇ ਮੈਂ ਕਹਾਂ ਵੀ ਇਹਨਾਂ ਦਾ ਦੋਵਾਂ ਦਾ ਘੱਟੋ ਘੱਟ 3-3 ਕਰੋੜ ਰੁਪਇਆ ਲੱਗਾ ਤੇ ਹੱਥ ਕਥਨੀ ਨਹੀਂ ਹੋਊਗੀ ਜੀ। ਤੋ ਸਰਸੇ ਨੇ ਤੇ ਜਿਸ ਤਰ੍ਹਾਂ ਬਾਦਲ ਕਰਦਾ 5 ਵੋਟਾਂ, ਮੋਟਰਸਾਈਕਲ ਚਾਹੀਦਾ ਕਿ ਟੀਵੀ ਚਾਹੀਦਾ ਕਿ ਫਰਿੱਜ ਚਾਹੀਦਾ, ਦੱਸੋ ਕੀ ਚਾਹੀਦਾ, ਤੋ ਉਹ ਲਿਆ ਲੋਕਾਂ ਨੇ। ਆਖਰੀ ਸਵਾਲ ਪੁੱਛੂੰਗੀ ਸਿੰਘ ਸਾਹਿਬ, ਤੁਸੀਂ ਨਿਰੋਲ ਇਮਾਨਦਾਰੀ ਦੇ ਨਾਲ ਪੰਥ ਦਾ ਹੋਕਾ ਦੇ ਕੇ ਵੋਟਾਂ ਮੰਗਦੇ ਹੋ, ਕੋਈ ਤੁਸੀਂ ਦਾਅਵਾ ਕਰਦੇ ਹੋ ਕਿ ਕੋਈ ਪੈਸਾ ਜਿਹੜਾ ਉਹ ਨਹੀਂ ਵੰਡਿਆ ਜਾਂਦਾ, ਤੇ ਅੱਜ ਜਿਹੜਾ ਆਲ ਓਵਰ ਆਪਾਂ ਦੇਖ ਲਈਏ ਕਿ ਸਿੱਖਾਂ ਦੇ ਵਿੱਚ ਜੋ ਰੁਝਾਨ ਹੈ ਪੈਸੇ ਲੈ ਕੇ ਵੋਟਾਂ ਪਾਉਣ ਦਾ, ਉਸ ਵੇਲੇ ਪੰਥ ਨੂੰ ਵਿਸਾਰ ਦੇਣ ਦਾ ਕੀ ਮੈਸੇਜ ਹੈ ਸੰਗਤ ਨੂੰ? ਅਸਲ 'ਚ ਮੈਂ ਜਿਹੜੀ ਗੱਲ ਕਰਦਾ ਸੀ ਉਹ ਇਹ ਸੀਗੀ ਵੀ ਪੰਜਾਬ ਦੇ ਵਿੱਚ ਵੀ ਜਿੰਨੀ ਟੋਟਲ ਵੋਟ ਅੱਜ ਬਾਦਲ ਨੂੰ ਪਈ ਹੈ ਦਿੱਲੀ 'ਚ, ਉਨੀ ਇੱਕ ਹਲਕੇ 'ਚ ਪੈਂਦੀ ਇੱਥੇ ਮੈਨੇਜ ਕਰਨਾ ਬੜਾ ਔਖਾ। ਇੱਥੇ ਹਰ ਇੱਕ ਸਿੱਖ ਨੂੰ ਪੈਸਾ ਦੇਣਾ ਬੜਾ ਔਖਾ, ਔਰ ਇੰਨਾ ਜ਼ਿਆਦਾ ਮਾਤਰਾ ਦੇ ਵਿੱਚ ਪੈਸਾ ਜਿਹੜਾ ਉਹਦੇ ਕਮੇਟੀ ਖਾਲੀ ਕਰਕੇ ਤੇ ਗਹਿਣੇ ਪਾ ਕੇ ਦਊਗਾ ਜੇ ਦਊਗਾ। ਤੇ ਦੂਸਰੀ ਗੱਲ ਹੈ ਕਿ ਉਹ ਜਦੋਂ ਜਿਹੜੀ ਪੈਸਾ ਲੈਣ ਵਾਲੀ ਵੋਟ ਆ ਨਾ, ਉਹ ਜਦੋਂ ਵੋਟ ਪਰਸੈਂਟੇਜ ਵੱਧ ਜਾਂਦੀ ਉਹ 'ਚ ਆਟੇ 'ਚ ਲੂਣ ਹੋ ਜਾਂਦੀ ਹੈ। ਤੋ ਉਹ 'ਚ ਜਿਹੜੇ ਹਮਦਰਦ ਹੁੰਦੇ ਆ, ਜਿਹੜੇ ਪੰਥਕ ਲੋਕ ਹੁੰਦੇ ਆ, ਜਿਨ੍ਹਾਂ ਦੇ ਅੰਦਰ ਜ਼ਮੀਰ ਜਾਗਦੀ, ਉਹਨਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। ਤੋ ਉਹਦੇ ਵਿੱਚ ਸਾਨੂੰ ਕੋਈ ਏਡੀ ਚਿੰਤਾ ਨਹੀਂ ਗੀ। ਇਹ ਵੋਟ ਜਿਹੜੀ ਪਹਿਲਾਂ ਤੋਂ ਵਿਕਦੀ ਆਈ ਹੈ, ਕਮੇਟੀ ਦੇ ਇਲੈਕਸ਼ਨਾਂ 'ਚ ਸ਼ਰਾਬ ਚੱਲਦੀ ਆਈ ਹੈ। ਹਾਲਾਂਕਿ ਏਡਾ ਵੱਡਾ ਧੜਾ ਹੁੰਦਾ ਸੀ ਅੱਗੇ, ਤੇ ਬਹੁਤ ਅਸੀਂ ਛੋਟੀ ਮਾਤਰਾ 'ਚ ਹੁੰਦੇ ਸੀ, ਤਾਂ ਵੀ ਬਾਦਲ ਜਿਹੜਾ ਜੀ ਉਹ ਸ਼ਰਾਬ ਦੇ ਦਰਿਆ ਵਗਾਉਂਦਾ ਰਿਹਾ ਜੀ। ਤੋ ਉਹਦੇ ਨਾਲ ਨਹੀਂ ਫਰਕ ਪੈਂਦਾ ਕੋਈ। ਅਸੀਂ ਦੇਖੋ, ਜਦੋਂ ਸਾਡੇ ਕੋਲ ਪੈਸਾ ਨਹੀਂ ਸੀ, ਸਾਡੇ ਕੋਲ ਕੋਈ ਯੂਨਿਟੀ ਨਹੀਂ ਸੀ, ਅਸੀਂ ਉਦੋਂ ਲੜੇ ਪੰਥਕ ਮੋਰਚਾ ਬਣਾ ਕੇ,
ਤੇ ਸਾਡੇ ਬੰਦਿਆਂ ਨੇ ਕੋਟੇ ਵੰਡ ਲਏ, ਆਪਣੀਆਂ ਆਪਣੀਆਂ ਸੀਟਾਂ ਵੰਡੀਆਂ, ਉਹਨਾਂ ਦੇ ਅੱਗੇ ਬੰਦੇ ਖਲੋ ਗਏ, ਤਾਂ ਵੀ ਅਸੀਂ 30-35 ਸੀਟਾਂ ਲੈ ਗਏ ਸੀ ਤੇ ਬਾਦਲ ਦੀ ਬਣਾਈ ਵੋਟ ਦੇ ਵਿੱਚੋਂ 43% ਵੋਟ ਲੈ ਗਏ ਸੀ ਜੀ। ਸਾਨੂੰ ਇਹ ਇੱਥੇ ਬਿਲਕੁਲ ਹੌਸਲਾ, ਦਿੱਲੀ ਦਾ ਅਸਰ ਜਿਹੜਾ ਇੱਥੇ ਨਾ ਆਉਣ ਵਾਲਾ ਤੇ ਨਾ ਆਉਣਾ। ਜੀ ਜੀ। ਉਹਦੇ ਵਿੱਚ ਇਹ ਕਿਤੇ ਗਲਤਫਹਿਮੀ 'ਚ ਤੁਰਿਆ ਫਿਰਦਾ ਹੋਏ ਬਾਦਲ, ਤੇ ਉਹਦੀ ਮਰਜ਼ੀ ਹੈ ਜੀ। ਬਹੁਤ ਬਹੁਤ ਧੰਨਵਾਦ ਜਥੇਦਾਰ ਰਣਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕੀ ਫਤਿਹ। ਸੋ ਦਿੱਲੀ ਕਮੇਟੀ ਚੋਣਾਂ ਨੇ ਇੱਕ ਵਾਰ ਫਿਰ ਤੋਂ ਸਾਫ਼ ਕਰ ਦਿੱਤਾ ਹੈ ਕਿ ਚਾਹੇ ਧਾਰਮਿਕ ਚੋਣਾਂ ਹੋਣ, ਕਿਉਂਕਿ ਸ਼ਾਇਦ ਇੱਕੋ ਇੱਕ ਇਹੋ ਜਿਹਾ ਧਰਮ ਹੈ ਜਿਸ ਦੀ ਕਮੇਟੀ ਦੀਆਂ ਜਿਹੜੇ ਅਹੁਦੇਦਾਰ ਚੁਣੇ ਜਾਂਦੇ ਨੇ ਵੋਟਿੰਗ ਸਿਸਟਮ ਦੇ ਰਾਹੀਂ ਚੁਣੇ ਜਾਂਦੇ ਨੇ, ਤੇ ਵੋਟਿੰਗ ਸਿਸਟਮ ਬਿਲਕੁਲ ਸਿਆਸੀ ਵੋਟਾਂ ਵਰਗਾ ਹੋ ਗਿਆ, ਜਿੱਥੇ ਪੈਸਾ ਵੀ ਵੰਡਿਆ ਜਾਂਦਾ ਹੈ, ਜਿੱਥੇ ਸ਼ਰਾਬ ਵੀ ਵੰਡੀ ਜਾਂਦੀ ਹੈ। ਤੇ ਜਿਹੜਾ ਸਿੱਖ ਦਰਦੀ ਸਿੱਖ ਹੈਗੇ ਨੇ ਉਹ ਦੁਖੀ ਹੁੰਦੇ ਨੇ ਇਸ ਗੱਲ ਤੋਂ ਕਿ VOTING ਸਿਸਟਮ ਹੀ ਦਰਅਸਲ ਸਾਰੇ ਪੁਆੜੇ ਦੀ ਜੜ ਹੈ। ਜੇ ਜਿਹੜੀ ਚੋਣ ਹੈ ਕਿਸੇ ਹੋਰ ਤਰੀਕੇ ਰਾਹੀਂ ਹੁੰਦੀ ਹੋਵੇ ਵੋਟਾਂ ਤੋਂ ਬਿਨਾਂ, ਤਾਂ ਸ਼ਾਇਦ ਪੰਥ ਦੇ ਵਿੱਚ ਚੰਗੇ ਲੀਡਰ ਨੇ ਜਿਹੜੇ ਉਹ ਸਾਹਮਣੇ ਆ ਸਕਦੇ ਨੇ ਅਗਵਾਈ ਦੇ ਲਈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਖਾਸ ਰਿਪੋਰਟ।